ਸਭ ਤੋਂ ਪਹਿਲਾਂ ਆਪ ਜੀ ਸਾਰਿਆਂ ਨੂੰ ਤੇ ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਤਿਹ ਅਰਜ਼ ਹੈ ਜੀ। ਆਓ ਰਲ ਮਿਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ 29 ਅਪ੍ਰੈਲ, ਇਹਦੀ ਮਾਨਤਾ ਕੀ ਹੈ, ਇਹਦੀ ਮਹੱਤਤਾ ਕੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਵੀ ਹੈ ਤੇ ਇੱਕ ਚੇਤਨਾ ਦਾ ਵਿਸ਼ਾ ਵੀ ਹੈ ਵੀ ਕੌਮ ਸਾਡੀ ਅੱਜ ਕਿੱਥੇ ਖੜੀ ਹੈ। 29 ਅਪ੍ਰੈਲ 1986 ਸਰਬੱਤ ਖਾਲਸਾ, ਅਕਾਲ ਤਖਤ ਸਾਹਿਬ, ਉਹ ਦਿਨ ਨੂੰ ਅਸੀਂ ਯਾਦ ਕਰੀਏ, ਉਹ ਇਕੱਠ ਨੂੰ ਅਸੀਂ ਯਾਦ ਕਰੀਏ, ਉਹ ਮਨ ਦੇ ਵਿੱਚ ਜਿਹੜੀ ਇੱਕ ਭਾਵਨਾ ਸੀ ਸਿੱਖਾਂ ਦੇ, ਉਹਨੂੰ ਅਸੀਂ ਯਾਦ ਕਰੀਏ ਤੇ ਇਹ ਵੀ ਯਾਦ ਕਰੀਏ ਵੀ ਉਸ ਦਿਨ ਤੇ ਜਿਹੜਾ ਇੱਕ ਹਿਸਟੋਰਿਕ ਫੈਸਲਾ ਹੋਇਆ, ਇੱਕ ਰੈਜ਼ੋਲੂਸ਼ਨ ਪਾਸ ਹੋਈ ਪੰਥ ਵੱਲੋਂ, ਉਹਦੀ ਮਾਨਤਾ ਕੀ ਸੀ, ਕੀ ਹੈ ਤੇ ਉਹ ਸਟੈਪ ਤੱਕ ਅਸੀਂ ਕਿਵੇਂ ਪਹੁੰਚੇ। ਸੋ ਆਪ ਜੀ ਸਾਰੇ ਮੈਂ ਆਪ ਜੀ ਸਾਰਿਆਂ ਦਾ ਹੀ ਧੰਨਵਾਦ ਕਰਦਾ ਵੀ ਤੁਸੀਂ ਅੱਜ ਇਸ ਪ੍ਰੋਗਰਾਮ ਨੂੰ ਕਰ ਰਹੇ ਹੋ ਤੇ ਇਹਦੇ ਤੇ ਡਿਸਕਸ਼ਨ ਕਰ ਰਹੇ ਹੋ ਇਸ ਚੀਜ਼ ਬਾਰੇ। ਤੇ ਕੁਝ ਖੁਸ਼ਖਬਰੀਆਂ ਵੀ ਨੇ ਤੁਹਾਡੇ ਲਈ ਕਨੈਟੀਕਟ ਦੀ ਸਰਕਾਰ ਵੱਲੋਂ, ਜੋ ਮੈਂ ਆਪ ਜੀ ਨਾਲ ਸ਼ੇਅਰ ਵੀ ਕਰਾਂਗਾ। ਸੋ 29 ਅਪ੍ਰੈਲ 1986 ਦੇ ਵਿੱਚ ਇੱਕ ਡੈਕਲੇਰੇਸ਼ਨ ਹੋਈ ਜਿਹਨੂੰ ਖਾਲਿਸਤਾਨ ਡੈਕਲੇਰੇਸ਼ਨ ਵੀ ਕਿਹਾ ਜਾਂਦਾ ਹੈ, ਖਾਲਿਸਤਾਨ ਐਲਾਨਨਾਮਾ ਵੀ ਕਿਹਾ ਜਾਂਦਾ ਹੈ। ਤੇ ਜੇ ਸੰਖੇਪ ਸ਼ਬਦਾਂ ਵਿੱਚ ਇੱਕ ਈਜ਼ੀ ਲੇਮੈਨ ਲੈਂਗੁਏਜ ਵਿੱਚ ਕਿਹਾ ਜਾਏ ਤੇ ਉਸ ਦਿਨ ਦੀ ਮਹੱਤਤਾ ਹੈਗੀ ਹੈ ਵੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੋਈ ਸਿੱਖਾਂ ਦੀ। ਸੋ ਵਰਲਡ ਸਿੱਖ ਪਾਰਲੀਮੈਂਟ ਨੇ 2 ਸਾਲ ਪਹਿਲਾਂ ਇਸ ਦਿਨ ਨੂੰ ਰੈਕੋਗਨਾਈਜ਼ ਕੀਤਾ ਸੀ, ਉਸ ਐਲਾਨਨਾਮੇ ਨੂੰ, ਉਸ ਰੈਜ਼ੋਲੂਸ਼ਨ ਨੂੰ, that 29th April is Sikh Declaration of Independence Day। ਤੇ ਇਹਦੇ ਨਾਲ ਰਿਲੇਟਡ ਮੀਡੀਆ ਕੈਂਪੇਨਸ ਵੀ ਕੀਤੀਆਂ ਸੀ, ਬਿਲਬੋਰਡ ਵੀ ਲਗਾਏ ਸਨ ਕਨੈਟੀਕਟ ਦੇ ਵਿੱਚ। ਤੇ ਅੱਜ 2 ਸਾਲਾਂ ਬਾਅਦ ਇਹਦਾ ਇਹ ਸਿੱਟਾ ਨਿਕਲਿਆ ਵੀ ਜਿਹੜੀ ਸਾਡੀ ਕਨੈਟੀਕਟ ਦੀ ਜਨਰਲ ਅਸੈਂਬਲੀ ਹੈ, ਉਹਦੇ ਵਿੱਚ ਰੈਜ਼ੋਲੂਸ਼ਨ ਪਾਸ ਹੋਈ ਹੈ, ਸਾਈਟੇਸ਼ਨ ਵੀ ਮਿਲੀ ਹੈ, ਜਿਹੜੀ ਮੈਂ ਆਪ ਜੀ ਨੂੰ ਪੜ੍ਹ ਕੇ ਵੀ ਸੁਣਾ ਦਿੰਦਾ ਵਾਂ। ਇਹਦੇ ਵਿੱਚ ਇਹ ਜਨਰਲ ਅਸੈਂਬਲੀ ਦੀ ਸਾਈਟੇਸ਼ਨ ਹੈ ਜੀ। ਇਹਦੇ ਵਿੱਚ ਜਨਰਲ ਅਸੈਂਬਲੀ ਦੇ ਮੈਂਬਰਾਂ ਦੇ ਸਾਈਨ ਨੇ, ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਪ੍ਰੋ ਟੈਂਪੋਰ ਦੇ ਸਾਈਨ ਨੇ, ਸਪੀਕਰ ਆਫ ਦਾ ਹਾਊਸ ਦੇ ਸਾਈਨ ਨੇ ਤੇ ਕਨੈਟੀਕਟ ਦੀ ਸੈਕਟਰੀ ਆਫ ਦਾ ਸਟੇਟ ਦੇ ਵੀ ਸਾਈਨ ਨੇ। ਤੇ ਉਹਨਾਂ ਨੇ ਲਿਖਿਆ, The Connecticut General Assembly offer its sincerest congratulations to the World Sikh Parliament in recognition of the 36th anniversary of the Declaration of Sikh Independence. We join with you, your friends and family, in commemorating this historical resolution passed on April 29th, 1986 by the collective Sikh nation gathering known as Sarbat Khalsa at Sikh Political Center, Akal Takht, situated in the holy city Amritsar, Punjab। So ਖਾਲਸਾ ਜੀ, ਇਹ ਕੋਈ ਛੋਟੀ ਗੱਲ ਨਹੀਂ ਹੈ, ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਕਨੈਟੀਕਟ ਦੀ ਜਨਰਲ ਅਸੈਂਬਲੀ ਵੱਲੋਂ ਇਹ ਸ਼ਬਦ ਕਹੇ ਜਾਣੇ ਤੇ ਜਿੱਥੇ ਸਰਬੱਤ ਖਾਲਸਾ ਨੂੰ ਮਾਨਤਾ ਦੇਣੀ ਜਾਂ ਸਰਬੱਤ ਖਾਲਸਾ ਦੀਆਂ ਰੈਜ਼ੋਲੂਸ਼ਨਸ ਨੂੰ ਮਾਨਤਾ ਦੇਣੀ, ਉੱਥੇ ਅੰਮ੍ਰਿਤਸਰ ਨੂੰ ਹੋਲੀ ਸਿਟੀ ਦਾ ਦਰਜਾ ਦੇਣਾ ਤੇ ਸਿੱਖ ਇੰਡੀਪੈਂਡੈਂਸ ਦੀ ਗੱਲ ਕਰਨੀ, ਇਹ ਆਪਣੇ ਆਪ ਦੇ ਵਿੱਚ ਬੜੀ ਹੀ ਵੱਡੀ ਅਚੀਵਮੈਂਟ ਹੈ। ਤੇ ਅਚੀਵਮੈਂਟ ਕੋਈ ਇਕੱਲੇ ਮੇਰੀ ਨਹੀਂ ਹੈਗੀ ਜਾਂ ਕੋਈ ਇੱਕ ਸੰਸਥਾ ਦੀ ਨਹੀਂ, ਇਹ ਸਿੱਖ ਕੌਮ ਦੀ ਅਚੀਵਮੈਂਟ ਹੈ। ਤੇ ਮੈਂ ਧੰਨਵਾਦੀ ਵੀ ਹਾਂ ਆਪਣੀ ਸਾਰੀ ਟੀਮ ਦਾ ਵੀ, ਵਰਲਡ ਸਿੱਖ ਪਾਰਲੀਮੈਂਟ ਦਾ ਵੀ, ਜਿਨ੍ਹਾਂ ਨੇ ਇਹੋ ਜਿਹੇ ਉਪਰਾਲਿਆਂ ਲਈ ਹਮੇਸ਼ਾ ਸਾਨੂੰ ਕਿਹਾ ਵੀ ਤੁਸੀਂ ਕਰੋ ਜੀ, ਅੱਗੇ ਲੱਗੋ, ਅਸੀਂ ਇਹਦੇ ਨਾਲ ਹਾਂ ਇਸ ਚੀਜ਼ ਦੇ। ਸੋ ਇਹ ਜਿਹੜੀ ਬੜੀ ਹੀ ਵਧੀਆ ਸਾਡੇ ਲਈ ਕਾਮਯਾਬੀ ਦੀ ਗੱਲ ਹੈ। ਪਲੱਸ ਅੱਜ ਸਿਟੀ ਆਫ ਨਾਰਵਿਚ, ਜਿੱਥੇ ਦਾ ਸਿਟੀ ਕਾਉਂਸਲ ਮੈਂਬਰ ਵੀ ਹੈ, ਉਹਨਾਂ ਨੇ ਵੀ ਰੈਜ਼ੋਲੂਸ਼ਨ ਪਾਈ ਹੈ ਤੇ ਕੱਲੀ ਰੈਜ਼ੋਲੂਸ਼ਨ ਹੀ ਨਹੀਂ ਪਾਈ, ਉਹਨੂੰ ਸਿਟੀ ਏਜੰਡਾ ਦਾ ਹਿੱਸਾ ਵੀ ਬਣਾਇਆ। So that thing is now part of the city record for lifetime। So ਇਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ ਵੀ ਸ਼ਹਿਰ ਨੇ ਵੀ 29 ਅਪ੍ਰੈਲ ਨੂੰ ਮਾਨਤਾ ਦਿੱਤੀ ਹੈ, ਜਿੱਥੇ ਮੇਅਰ, ਸੈਨੇਟਰ, ਅੱਜ ਬਹੁਤ ਹੀ ਵਧੀਆ ਸਾਡਾ ਪ੍ਰੋਗਰਾਮ ਇੱਥੇ ਹੋ ਰਿਹਾ ਨਾਰਵਿਚ ਦੇ ਵਿੱਚ, ਤੇ ਉਹਦੀਆਂ ਵੀ ਆਪ ਜੀ ਨੂੰ ਕਲਿੱਪਸ ਆਉਣ ਵਾਲੇ ਟਾਈਮ ਵਿੱਚ ਭੇਜਾਂਗੇ। ਇਸ ਤੋਂ ਇਲਾਵਾ ਸਭ ਤੋਂ ਇੱਕ ਇੰਪੋਰਟੈਂਟ ਚੀਜ਼ ਜਿਹੜੀ ਮੈਂ ਆਪ ਜੀ ਨਾਲ ਸ਼ੇਅਰ ਕਰਨੀ ਹੈ, ਸੌਰੀ ਮੈਂ ਤੁਹਾਡਾ ਟਾਈਮ ਵੱਧ ਲੈ ਰਿਹਾ, ਬਟ ਕਹਿ ਲਓ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਹੀ ਐਡਾ ਹੋ ਗਿਆ ਇਸ ਚੀਜ਼ ਦੇ ਉੱਤੇ ਤੇ ਆਪ ਜੀ ਨਾਲ ਸ਼ੇਅਰ ਕਰਨੀ ਬੜੀ ਜ਼ਰੂਰੀ ਗੱਲ ਬਣਦੀ ਹੈ। US ਸੈਨੇਟਰ ਕ੍ਰਿਸ ਮਰਫੀ
ਸੋ ਅਮਰੀਕਾ ਦੇ ਵਿੱਚ ਸੈਨੇਟ ਤੇ ਹਾਊਸ ਹੁੰਦੀ ਹੈ ਤੇ ਯੂਐਸ ਸੈਨੇਟਰ ਜਿਹੜੇ ਫੈਡਰਲ ਲੈਵਲ ਤੇ ਰਿਪਰੈਜ਼ੈਂਟ ਕਰਦੇ ਨੇ ਕਨੈਟੀਕਟ ਨੂੰ, ਜਿਹੜੇ ਕਿ ਫੋਰਨ ਰਿਲੇਸ਼ਨ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਇਸ ਦਿਨ ਨੂੰ ਮੁੱਖ ਰੱਖਦਿਆਂ ਸਾਨੂੰ ਇੱਕ ਲੈਟਰ ਵੀ ਦਿੱਤੀ ਹੈ। ਉਹ ਵੀ ਮੈਂ ਆਪ ਜੀ ਨਾਲ ਸਾਂਝੀ ਕਰ ਦਿੰਨਾ ਤੇ ਮੈਂ ਵੀਡੀਓ ਦੇ ਵਿੱਚ ਉਹ ਲੈਟਰ ਪਾ ਵੀ ਦਾਂਗਾ। ਬਟ ਉਹਦੇ ਵਿੱਚ ਮੇਨ ਚੀਜ਼ ਇਹ ਹੈਗੀ ਹੈ ਵੀ ਇੱਕ ਤੇ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਸਿੱਖ ਫਲੈਗ ਡੇ ਸੀ ਜੋ ਪਿਛਲੇ ਸਾਲ ਅਸੀਂ ਰੈਕੋਗਨਾਈਜ਼ ਕਰਾਇਆ ਸੀ ਕਨੈਟੀਕਟ ਤੋਂ 26 ਜਨਵਰੀ, ਜਦੋਂ ਆਪਣਾ ਲਾਲ ਕਿਲੇ ਦੇ ਉੱਤੇ ਦੀਪ ਸਿੱਧੂ ਤੇ ਉਹਨਾਂ ਦੇ ਸਾਥੀਆਂ ਵੱਲੋਂ ਤੇ ਸਿੱਖ ਪੰਥ ਵੱਲੋਂ ਜਦੋਂ ਨਿਸ਼ਾਨ ਸਾਹਿਬ ਚਲਾਏ ਜਾਂਦੇ ਹੈ, ਅਸੀਂ ਦੇਖਿਆ ਵੀ ਕਿੱਦਾਂ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ, ਕਿੱਦਾਂ ਸਾਡੇ ਨਿਸ਼ਾਨ ਸਾਹਿਬ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਿਹੜੇ 11 ਮਾਰਚ ਸੀ ਉਹਨੂੰ ਅਸੀਂ ਰੈਕੋਗਨਾਈਜ਼ ਕਰਾਇਆ ਸੀ ਐਜ਼ ਅ ਸਿੱਖ ਫਲੈਗ ਨਿਸ਼ਾਨ ਸਾਹਿਬ ਡੇ। ਤੇ ਉਹ ਦਿਨ ਇਤਿਹਾਸਕ ਦਿਨ ਹੈ। ਬਾਬਾ ਬਘੇਲ ਸਿੰਘ ਜੀ ਨੇ ਜਦੋਂ ਲਾਲ ਕਿਲੇ ਦੇ ਉੱਤੇ ਝੰਡੇ ਚੜਾਏ ਸਨ, ਆਪਣਾ ਨਿਸ਼ਾਨ ਸਾਹਿਬ ਝੂਲੇ ਸਨ, ਉਸ ਦਿਨ ਨੂੰ ਮੁੱਖ ਰੱਖਦਿਆਂ ਕ੍ਰਿਸ ਮਰਫੀ ਵੱਲੋਂ ਜਿਹੜੀ ਲੈਟਰ ਹੈ ਉਹਨੇ 239th ਈਅਰ ਆਫ ਸਿੱਖ ਫਲੈਗ ਡੇ ਨੂੰ ਵੀ ਰੈਕੋਗਨਾਈਜ਼ ਕੀਤਾ, ਪਲੱਸ 554th ਈਅਰ ਆਫ ਸਿੱਖ ਨਿਊ ਈਅਰ ਉਹਨੂੰ ਵੀ ਰੈਕੋਗਨਾਈਜ਼ ਕੀਤਾ ਤੇ ਤੁਹਾਡੇ ਕੈਲੰਡਰ ਨੂੰ ਵੀ ਮਾਨਤਾ ਮਿਲੀ ਹੈ। ਇਹ ਇੱਕ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ। ਤੇ ਉਹਨਾਂ ਨੇ ਹੈਪੀ ਇੰਡੀਪੈਂਡੈਂਸ ਵੀ ਕਿਹਾ ਵੀ ਇਹ ਖੁਸ਼ੀ ਦੀ ਗੱਲ ਹੈ ਜਦੋਂ ਕੋਈ ਵੀ ਕੌਮ ਹੈ ਜੋ ਕਿ ਹਮੇਸ਼ਾ ਹੀ ਸਿਵਲ ਲਿਬਰਟੀਜ਼ ਦੀ ਗੱਲ ਕਰਦੀ ਹੈ, ਹਿਊਮਨ ਰਾਈਟਸ ਦੀ ਗੱਲ ਕਰਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੀ ਹੈ, ਫਰੀडम ਆਫ ਰਿਲੀਜਨ ਦੀ ਗੱਲ ਕਰਦੀ ਹੈ, ਉਹ ਜੇ ਆਪਣਾ ਇੰਡੀਪੈਂਡੈਂਸ ਡੇ ਜਾਂ ਡਿਕਲੇਅਰ ਉਹਨਾਂ ਨੇ ਕੀਤਾ ਤੇ ਬੜੀ ਹੀ ਵੱਡੀ ਗੱਲ ਹੈ। ਇਹ ਬੜੀ ਮਾਣ ਵਾਲੀ ਗੱਲ ਹੈ। ਕੌਮ ਨੂੰ ਵੀ ਉੱਤੇ ਮਾਣ ਹੋਣਾ ਚਾਹੀਦਾ। ਤੇ ਜਿਹੜਾ ਇੱਕ ਨੁਕਤਾ ਨਿਗਾਹ ਤੋਂ ਜੇ ਦੇਖੀਏ ਅਸੀਂ ਸਕਾਲਰਲੀ ਪੁਆਇੰਟ ਆਫ ਵਿਊ ਨਾਲ, ਜਿਹੜੀ ਉਹਨਾਂ ਨੇ ਸ਼ਬਦਾਵਲੀ ਵਿੱਚ ਵਰਤੀ ਹੈ, ਉਹਨਾਂ ਨੇ ਪੰਜਾਬ ਨੂੰ ਨਾ ਹੀ ਇੰਡੀਆ ਦਾ ਹਿੱਸਾ ਬਣਾਇਆ, ਨਾ ਹੀ ਉਹਨਾਂ ਨੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਬਣਾਇਆ। ਉਹਨਾਂ ਨੇ ਵਿੱਚ ਇੱਕ ਵਰਡ ਲਿਖਿਆ ਪੰਜਾਬ ਟ੍ਰਾਂਸਨੈਸ਼ਨਲ ਰੀਜਨ। ਸੋ ਇਹ ਆਪਣੇ ਆਪ ਦੇ ਵਿੱਚ ਵਰਲਡ ਲੈਵਲ ਤੇ ਜਦੋਂ ਡਿਪਲੋਮੇਸੀ ਦੀ ਅਸੀਂ ਗੱਲ ਕਰਦੇ ਹਾਂ, ਇਹ ਗੱਲ ਸਿੱਖਾਂ ਦੇ ਬੜੇ ਹੱਕ ਦੇ ਵਿੱਚ ਜਾਂਦੀ ਹੈ, ਜਿੱਥੇ ਰੈਜ਼ੋਲੂਸ਼ਨਾਂ ਦੇ ਵਿੱਚ ਆਮ ਤੌਰ ਤੇ ਹੀ ਪੰਜਾਬ ਨੂੰ ਇੰਡੀਆ ਦਾ ਹਿੱਸਾ ਦੱਸਿਆ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਜੀ ਗੁਰੂ ਨਾਨਕ ਪਾਤਸ਼ਾਹ ਮਾਡਰਨ ਡੇ ਪਾਕਿਸਤਾਨ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਸਥਾਨ ਹੈਗਾ, ਨਨਕਾਣਾ ਸਾਹਿਬ ਦੀ ਗੱਲ ਜਦੋਂ ਹੁੰਦੀ ਹੈ। ਪਰ ਇਹ ਜਿਹੜੀ ਆਪਣਾ ਲੈਟਰ ਉਹਨਾਂ ਨੇ ਭੇਜੀ, ਇਹਦੇ ਵਿੱਚ ਪੰਜਾਬ ਨੂੰ ਇੱਕ ਸੈਪਰੇਟ ਉਹਨਾਂ ਨੇ ਕੰਟਰੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਤੇ ਇੱਕ ਟ੍ਰਾਂਸਨੈਸ਼ਨਲ ਰੀਜਨ ਦੇ ਤੌਰ ਦੇ ਉੱਤੇ ਪੇਸ਼ ਕੀਤਾ। ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਗੱਲ ਹੈ। ਸਾਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਵੀ ਅਸੀਂ ਆਪਣੇ ਫੈਡਰਲ ਲੀਡਰਸ ਨਾਲ ਹੋਰ ਵਰਕ ਕਰਾਂਗੇ ਤੇ ਸਿੱਖਾਂ ਦੀ ਜਿਹੜੀ ਹੋਰ ਐਡਵੋਕੇਸੀ ਕਰਾਂਗੇ ਤਾਂ ਜੋ ਹੋਰ ਇਸ ਤੋਂ ਵਧੀਆ ਵੀ ਤੁਹਾਡੇ ਅੱਗੇ ਇਹ ਚੀਜ਼ਾਂ ਲੈ ਕੇ ਅਸੀਂ ਆ ਸਕੀਏ। ਤੇ ਮੈਂ ਇੰਨੀਆਂ ਬੇਨਤੀਆਂ ਕਰਦਾ ਵੀ ਆਓ ਸਾਰੇ ਅਸੀਂ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰੀਏ ਤੇ ਇਕਜੁੱਟਤਾ ਦਾ ਸਬੂਤ ਦਈਏ। ਤੇ ਇਹ ਸਾਡੇ ਲਈ ਇੱਕ ਕਹਿ ਲਓ ਨੈਸੈਸਿਟੀ ਹੈ ਅੱਜ ਦੇ ਟਾਈਮ ਦੇ ਵਿੱਚ। ਤੇ ਮੈਂ ਜਿਹੜੇ ਵੀ ਸਾਡੇ ਵੀਰ ਭੈਣ ਭਰਾ ਜਿਹੜੇ ਇਸ ਮੁਹਿੰਮ ਨਾਲ ਜੁੜੇ ਨੇ, ਰੈਫਰੈਂਡਮ ਦੀ ਗੱਲ ਕਰਦੇ ਨੇ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਇੱਕ ਚੰਗੇ ਤਰੀਕੇ ਨਾਲ, ਸੂਝਵਾਨ ਤਰੀਕੇ ਨਾਲ ਯੂਥ ਦੀ ਜਿਹੜੀ એનર્ਜੀ ਹੈ ਉਹਨੂੰ ਚੈਨਲਾਈਜ਼ ਕਰਨ ਬਾਰੇ ਸੋਚਿਆ। ਸੋ ਆਓ ਰਲ ਮਿਲ ਕੇ ਫਤਿਹ ਬੁਲਾਈਏ। ਤੇ ਅੱਜ ਦੇ ਦਿਨ ਤੇ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ। ਇਹ ਦਿਨ ਸਾਨੂੰ ਕੱਲਾ ਗੁਰਦੁਆਰਾ ਸਾਹਿਬ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ, ਬਾਕੀ ਵਰਲਡ ਨੂੰ ਵੀ ਦੱਸਣਾ ਚਾਹੀਦਾ ਬਈ ਸਿੱਖ ਆਪਣੀ ਇੰਡੀਪੈਂਡੈਂਸ ਦਾ ਇਜ਼ਹਾਰ ਕਰ ਚੁੱਕੇ ਨੇ। ਆਪਣੇ ਜੈਨੋਸਾਈਡ ਹੋਣ ਤੋਂ ਬਾਅਦ, ਆਪਣੇ ਧਾਰਮਿਕ ਸਥਾਨਾਂ ਤੇ ਅਟੈਕ ਹੋਣ ਤੋਂ ਬਾਅਦ, ਤੇ ਮਜਬੂਰੀ ਦੇ ਵਿੱਚ ਅਸੀਂ ਇਹ ਰੈਜ਼ੋਲੂਸ਼ਨ ਇੱਕ ਪਾਇਆ। ਪਰ ਹੁਣ ਸਾਡੇ ਤੋਂ ਬੈਕ ਹੋਣ ਵਾਲੀ ਕੋਈ ਗੱਲ ਨਹੀਂ ਹੈ। ਅਸੀਂ ਹੁਣ ਅੱਗੇ ਹੀ ਵਧਣਾ ਤੇ ਪੰਜਾਬ ਦੀ ਖੁਦਮੁਖਤਿਆਰੀ, ਪੰਜਾਬ ਇੱਕ ਸੈਪਰੇਟ ਕੰਟਰੀ ਅੱਜ ਨਹੀਂ ਤੇ ਕੱਲ ਬਣ ਕੇ ਰਹੇਗਾ। ਸਾਨੂੰ ਸਾਰਿਆਂ ਨੂੰ ਇੱਥੇ ਕੰਮ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।